ਚੈਨਲ ਤੋਂ ਮੈਂ ਰਣਦੀਪ ਕੌਰ ਤੁਹਾਡੇ ਇੱਕ ਵਾਰ ਫਿਰ ਤੋਂ ਰੂਬਰੂ ਹਾਂ। ਕਿਸਾਨੀ ਸੰਘਰਸ਼ ਸਿੰਘੂ ਦਿੱਲੀ ਬਾਰਡਰ ਦੀਆਂ ਹਰ ਅਪਡੇਟ ਤੁਹਾਨੂੰ ਦਿਖਾਈ ਜਾਂਦੀ ਹੈ। ਹਰ ਵਰਗ ਦੇ ਲੋਕ ਇੱਥੇ ਪਹੁੰਚਦੇ ਨੇ। ਕਿਸਾਨੀ ਸੰਘਰਸ਼ ਜਿਹੜਾ ਹੈ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ। ਹਰ ਕਿਸੇ ਦਾ ਭਰਵਾਂ ਹੁੰਗਾਰਾ ਮਿਲ ਰਿਹਾ। ਆਮ ਇਨਸਾਨ ਦੀ ਗੱਲ ਹੋਵੇ, ਡਾਕਟਰਸ ਦੀ ਗੱਲ ਹੋਵੇ, ਨਰਸਿਸ ਦੀ ਗੱਲ ਹੋਵੇ, ਟੀਚਰਸ ਦੀ ਗੱਲ ਹੋਵੇ, ਵਕੀਲ ਦੀ ਗੱਲ ਹੋਵੇ, ਜੱਜਿਸ ਦੀ ਗੱਲ ਹੋਵੇ, ਈਵਨ ਜਿਹੜੇ ਆਫੀਸਰਸ ਨੇ ਰਿਟਾਇਰਡ ਨੇ ਜਾਂ ਆਪਣੇ ਅਹੁਦੇ ਜਿਨ੍ਹਾਂ ਦੇ ਹਜੇ ਵੀ ਸਰਕਾਰੀ ਜਾਂ ਪ੍ਰਾਈਵੇਟ ਜੌਬਸ ਤੇ ਉਹ ਤੈਨਾਤ ਨੇ, ਉਹ ਆਪਣੇ ਅਹੁਦੇ ਛੱਡ ਕੇ ਕਿਸਾਨਾਂ ਦੇ ਹੱਕਾਂ ਦੇ ਲਈ ਉਤਰ ਚੁੱਕੇ ਨੇ। ਕਿਉਂਕਿ ਦੇਖੋ ਦੇਖ ਜਿਹੜਾ ਇਹ ਅੰਦੋਲਨ ਹੈਗਾ ਉਹ ਜਨ ਅੰਦੋਲਨ ਬਣ ਚੁੱਕਿਆ। 1 ਤੋਂ 1 11 ਤੇ ਇਹ ਹੁਣ 11,000 11 ਲੱਖ ਤੇ 11 ਕਰੋੜ ਹੋ ਚੁੱਕਿਆ। ਇਹ ਇਕੱਲੇ ਹੁਣ ਕਿਸਾਨ ਦੀ ਗੱਲ ਨਹੀਂ ਹੈ, ਇਹ ਹਰ ਉਸ ਇਨਸਾਨ ਦੀ ਗੱਲ ਹੈ ਜਿਹੜਾ ਕਿਸਾਨ ਦਾ ਬੀਜਿਆ ਹੋਇਆ ਅਨਾਜ ਖਾਂਦਾ ਹੈ। ਬੱਚੇ, ਬੁੱਢੇ, ਜਵਾਨ ਹਰ ਇਸ ਅੰਦੋਲਨ ਦੇ ਵਿੱਚ ਪਹੁੰਚੇ ਨੇ। ਸਿੰਘੂ ਦਿੱਲੀ ਬਾਰਡਰ ਦੇ ਮੈਂ ਰਣਦੀਪ ਔਰ ਨਾਲ ਦੀ ਨਾਲ ਉਹ ਪਰਿਵਾਰ ਕਹਿ ਸਕਦੀ ਹਾਂ, ਉਹ ਵੀਰ ਕਹਿ ਸਕਦੀ ਹਾਂ ਸਾਡੇ ਨਾਲ ਪਹੁੰਚੇ ਨੇ, ਮੌਜੂਦ ਹੋਏ ਨੇ, ਜਿਹੜੇ ਕਿ ਜਲੰਧਰ ਔਰ ਚੰਡੀਗੜ੍ਹ ਤੋਂ ਇੱਥੇ ਆਏ ਨੇ ਔਰ ਆਪਣੇ ਕੀਮਤੀ ਸਮੇਂ ਚੋਂ ਸਮਾਂ ਇਹਨਾਂ ਨੇ ਕੱਢਿਆ। ਕਿਉਂਕਿ ਗੱਲ ਇਹਨਾਂ ਨੂੰ ਪਤਾ ਹੈ ਕਿ ਜਦੋਂ ਕਹਿੰਦੇ ਨੇ ਕਿ ਇੱਕ ਉਹ ਟਾਈਮ ਸੀਗਾ ਕਿ ਜਦੋਂ ਕੱਲਾ ਪੰਜਾਬ ਦੀ ਗੱਲ ਸੀ, ਪਰ ਹੁਣ ਇਹ ਪੰਜਾਬ ਦੀ ਗੱਲ ਨਹੀਂ, ਇਹ ਪੂਰੀ ਦੁਨੀਆ ਦੀ ਗੱਲ ਹੋ ਗਈ ਹੈ। ਤੇ ਜਿਹੜੇ NRIs ਨੇ ਉਹ ਵੀ ਇਹਨੂੰ ਸਪੋਰਟ ਕਰ ਰਹੇ ਨੇ। ਸੋ ਇਹ ਵੀ ਆਪਣੇ ਕਿਸਾਨਾਂ ਦੇ ਹੱਕ ਦੇ ਲਈ ਇੱਥੇ ਪਹੁੰਚੇ ਨੇ। ਕੀ ਨਾਮ ਹੈ ਜੀ ਤੁਹਾਡਾ? ਰੈਵਰੈਂਡ SS ਗੈਮਲ ਜੀ, ਜਲੰਧਰ ਤੋਂ ਆਏ ਹੋ ਤੁਸੀਂ ਤੇ ਕਿਸਾਨੀ ਸੰਘਰਸ਼ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜਾ ਅੰਦੋਲਨ ਹੈ ਜੀ, ਇਹ ਕਿਸਾਨੀ ਅੰਦੋਲਨ ਜਿਹੜਾ, ਇਹ ਕਿਸਾਨ ਦਾ ਅੰਦੋਲਨ ਨਹੀਂ, ਇਹ ਸਾਰੇ ਸਾਡੇ ਦੇਸ਼ ਦਾ ਅੰਦੋਲਨ ਹੈ। ਕਿਸਾਨ ਸਾਡਾ ਉਹ ਵੀਰ ਹੈ ਜਿਹੜਾ ਸਾਡੇ ਵਾਸਤੇ ਭੋਜਨ ਤਿਆਰ ਕਰਦਾ। ਕਿਸਾਨ ਉਹ ਵੀਰ ਹੈ ਜਿਹੜਾ ਸਾਡੇ ਵਾਸਤੇ ਸਾਡੀ ਸਾਰੀ ਜ਼ਰੂਰਤਾਂ ਨੂੰ ਪੂਰਾ ਕਰਦਾ। ਜੇ ਕਿਸਾਨ ਆ ਤੇ ਸਾਡਾ ਦੇਸ਼ ਹੈ, ਜੇ ਕਿਸਾਨ ਨਹੀਂ ਤੇ ਸਾਡਾ ਦੇਸ਼ ਨਹੀਂ ਹੈ। ਇਹ ਜਿਹੜੇ ਕਾਨੂੰਨ ਬਣਾਏ ਗਏ ਨੇ, ਕਿਉਂਕਿ ਜਿਤਨੇ ਲੋਕ ਇੱਥੇ ਆਏ ਹਨ, ਜਿੰਨੇ ਲੋਕ ਇਹਨੂੰ ਜਾਣਦੇ ਹਨ, ਅੱਜ ਉਹ ਸਮਾਂ ਨਹੀਂ ਹੈ ਕਿ ਲੋਕੀ ਅਨਪੜ੍ਹ ਹਨ ਜਾਂ ਲੋਕ ਇਹਦੇ ਬਾਰੇ ਜਾਣਦੇ ਨਹੀਂ ਹਨ। ਸਾਰੇ ਲੋਕ ਐਜੂਕੇਸ਼ਨ ਦੇ ਵਿੱਚ ਹਨ। ਸਾਰੇ ਲੋਕਾਂ ਨੂੰ ਪਤਾ ਆ ਵੀ ਕਾਨੂੰਨ ਕੀ ਹੁੰਦਾ ਹੈ ਔਰ ਸਾਰੇ ਲੋਕਾਂ ਨੂੰ ਪਤਾ ਵੀ ਕਿਹੜਾ ਕਾਨੂੰਨ ਸਾਡੇ ਲਈ ਲਾਭਦਾਇਕ ਹੈ ਔਰ ਕਿਹੜਾ ਕਾਨੂੰਨ ਸਾਡੇ ਲਈ ਲਾਭਦਾਇਕ ਨਹੀਂ ਆ। ਇਹ ਜਿਹੜੇ 3 ਕਾਨੂੰਨ ਇਹਨਾਂ ਨੇ ਬਣਾਏ ਹਨ, ਇਹ ਜ਼ਿਮੀਂਦਾਰਾਂ ਵਾਸਤੇ ਲਾਭਦਾਇਕ ਨਹੀਂ ਹਨ, ਇਹ ਮਜ਼ਦੂਰਾਂ ਵਾਸਤੇ ਵੀ ਲਾਭਦਾਇਕ ਨਹੀਂ ਹਨ, ਇਹ ਸਾਡੇ ਦੇਸ਼ ਵਾਸਤੇ ਵੀ ਲਾਭਦਾਇਕ ਨਹੀਂ ਹਨ। ਜਦੋਂ ਇਹ ਸਾਰਾ ਜਿੰਨੀ ਸਾਡੀ ਜ਼ਮੀਨ ਹੈ ਜਾਂ ਜਿੰਨਾ ਮਜ਼ਦੂਰ ਦੀ ਜੋ ਵੀ ਪੈਦਾਵਾਰ ਹੁੰਦੀ ਆ, ਅਗਰ ਉਹ ਅਮੀਰਾਂ ਦੇ ਹੱਥ ਵਿੱਚ ਜਾਏਗੀ ਤੇ ਗਰੀਬ ਗਰੀਬ ਹੁੰਦਾ ਜਾਏਗਾ ਔਰ ਜਿਹੜਾ ਵੀ ਇਹ ਸਾਡਾ ਵੀਰ ਆ, ਕਿਸਾਨ ਆ, ਉਹ ਆਪਣੀ ਜ਼ਮੀਨ ਤੋਂ ਦੂਰ ਹੁੰਦਾ ਜਾਏਗਾ। ਕਿਉਂਕਿ ਇਹ ਜਿਹੜੇ ਬਣਾਏ ਗਏ ਕਾਨੂੰਨ, ਇਹ ਇਹਨਾਂ ਵਾਸਤੇ ਠੀਕ ਨਹੀਂ ਹੈ। ਆਉਣ ਵਾਲੇ ਸਮੇਂ ਸਾਡੇ ਯੂਥ ਵਾਸਤੇ ਠੀਕ ਨਹੀਂ ਹੈ। ਸਾਡੇ ਜਿਹੜੇ ਬੱਚੇ ਪੈਦਾ ਹੋਣ ਵਾਲੇ ਸਾਰੇ ਹੋਣ, ਉਹਨਾਂ ਵਾਸਤੇ ਵੀ ਠੀਕ ਨਹੀਂ ਹੈ। ਕਿਉਂਕਿ ਇਹਨਾਂ ਨੇ ਆਪਣੇ ਲਈ ਦੇਸ਼ ਲਈ ਆਪਣੇ ਲਈ ਕਾਨੂੰਨ ਬਣਾਏ ਹਨ। ਇਹ ਨਹੀਂ ਸੋਚਿਆ ਕਿ ਇਹਦੇ ਨਾਲ ਸਾਡੇ ਕਿਸਾਨ ਨੂੰ ਕੋਈ ਫਾਇਦਾ ਹੋਏਗਾ ਜਾਂ ਲਾਭ ਹੋਏਗਾ। ਅਸੀਂ ਇਸ ਕਰਕੇ ਜਿੰਨੀ ਸਾਡੀ ਕਮਿਊਨਿਟੀ ਆ, ਮਸੀਹ ਕਮਿਊਨਿਟੀ ਆ, ਅਸੀਂ ਕਿਸਾਨਾਂ ਦੇ ਨਾਲ ਆ। ਅਸੀਂ ਇਹਨਾਂ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਵਧਾਂਗੇ। ਜਿੱਥੇ ਵੀ ਲੋੜ ਪਵੇਗੀ ਅਸੀਂ ਇਹਦੇ ਵਾਸਤੇ ਜਾਵਾਂਗੇ ਔਰ ਸਾਡੀ ਵੀ ਇੱਛਾ ਹੈ ਕਿ ਇਹ ਕਾਨੂੰਨ ਰੱਦ ਹੋਣਗੇ। ਕਿਉਂਕਿ ਜਦੋਂ ਇੱਕ ਆਵਾਜ਼ ਹੋ ਜਾਂਦੀ ਹੈ, ਇਹ ਪੰਜਾਬ ਦੀ ਆਵਾਜ਼ ਨਹੀਂ, ਹਰਿਆਣਾ ਦੀ ਆਵਾਜ਼ ਨਹੀਂ, ਇਹ ਰਾਜਸਥਾਨ ਦੀ ਆਵਾਜ਼ ਨਹੀਂ ਆ, ਇਹ ਸਾਰੇ ਇੰਡੀਆ ਦੀ ਆਵਾਜ਼ ਆ, ਇੰਟਰਨੈਸ਼ਨਲ ਆਵਾਜ਼ ਆ। ਔਰ ਜਦੋਂ ਅਸੀਂ ਮਿਲ ਕੇ ਕੰਮ ਕਰਨੇ ਆ ਤਾਂ ਕੋਈ ਵੀ ਤਾਕਤ ਉਹਦੇ ਅੱਗੇ ਠਹਿਰ ਨਹੀਂ ਸਕਦੀ। ਅਸੀਂ ਇਹ ਮੋਦੀ ਸਰਕਾਰ ਨੂੰ ਆਖਣਾ ਚਾਹੁੰਦੇ ਆ ਕਿ ਮੋਦੀ ਸਰਕਾਰ ਜੀ, ਤੁਹਾਨੂੰ ਅਸੀਂ ਬਣਾਇਆ, ਤੁਹਾਨੂੰ ਅਸੀਂ ਇਸ ਸੰਸਾਰ ਦੇ ਵਿੱਚ ਐਡਾ ਵੱਡਾ ਜਿਹੜਾ ਅਸੀਂ ਅਹੁਦਾ ਦਿੱਤਾ, ਕਿਸਾਨਾਂ ਦਾ ਬਹੁਤ ਵਿੱਚ ਯੋਗਦਾਨ ਆ, ਤੇ ਤੁਸੀਂ ਉਹਨਾਂ ਹੀ ਕਿਸਾਨਾਂ ਦੇ ਲਈ ਮਾਰੂ ਜਿਹੜੇ ਦੀ ਕਾਨੂੰਨ ਬਣਾ ਰਹੇ, ਇਹਨਾਂ ਨੂੰ ਵਾਪਸ ਲੈ ਲਓ। ਅਗਰ ਤੁਸੀਂ ਨਹੀਂ ਵਾਪਸ ਲਓਗੇ ਤੇ ਇਹ ਲੋਕ ਜਿਹੜੇ ਇਕੱਠੇ ਹੋਏ ਹਨ, ਇਹ ਇੱਕ ਦਿਨ ਜ਼ਬਰਦਸਤੀ ਤੁਹਾਡੇ ਕੋਲ ਕਾਨੂੰਨ ਵਾਪਸ ਲੈਣਗੇ ਔਰ ਤੁਹਾਨੂੰ ਇਹ ਕਾਨੂੰਨ ਵਾਪਸ ਜ਼ਰੂਰ ਲੈਣੇ ਪੈਣਗੇ। ਬਿਲਕੁਲ, ਕੁਝ ਲੋਕ ਹੱਲੇ ਵੀ 1% ਜਾਂ ਮੈਂ 0.5% ਉਹ ਲੋਕਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਲੱਗਦਾ ਕਿ ਕਿਸਾਨ ਫਜ਼ੂਲ 'ਚ ਹੀ ਆਪਣੀ ਜ਼ਿੱਦ 'ਚ ਅੜੇ ਹੋਏ ਨੇ ਔਰ ਇਹ ਕਿਸਾਨ ਆਪਣੇ ਹੱਕ ਲਈ। ਔਰ ਦੂਜੀ ਗੱਲ ਇਹ ਹੈ ਕਿ ਕਿਸਾਨ ਇੱਥੇ ਆਪਣੇ ਲਈ ਨਹੀਂ, ਕਿਉਂਕਿ ਕਿਸਾਨ ਜੇ ਉਹਨਾਂ ਕੋਲ ਇੰਨੀਆਂ ਜ਼ਮੀਨਾਂ ਹੈਗੀਆਂ, ਉਹ ਦੂਸਰਿਆਂ ਨੂੰ ਨਾ ਵੀ ਆਪਣਾ ਜਿਹੜੀ ਫਸਲ ਦੇਣਗੇ, ਜੇ ਜਿਹੜੇ ਕਾਨੂੰਨ ਰੱਦ ਨਾ ਹੋਏ ਤਾਂ ਆਪਣੇ ਲਈ ਤਾਂ ਬੀਜ ਕੇ ਖਾ ਸਕਦੇ ਨੇ। ਬਾਕੀਆਂ ਦਾ ਕੀ ਬਣੂਗਾ? ਇੱਥੇ ਕਿਸਾਨ ਜਿਹੜੇ ਆਪਣੇ ਹੱਕਾਂ ਲਈ ਨਹੀਂ, ਦੂਜਿਆਂ ਦੇ ਹੱਕਾਂ ਲਈ ਵੀ ਇਹ ਫਾਈਟ ਕਰ ਰਹੇ ਨੇ। ਜਦੋਂ ਵੀ ਕੋਈ ਕਾਨੂੰਨ ਬਣਦਾ, ਸਰਕਾਰ ਬਣਾਉਂਦੀ ਆ, ਉਹਦੇ ਵਿੱਚ ਕੋਈ ਨਾ ਕੋਈ ਮਕਸਦ ਹੁੰਦਾ ਹੈ। ਇਹ ਜਿਹੜੇ ਕਾਨੂੰਨ ਕਹਿੰਦੇ ਨਹੀਂ ਜੀ ਇਹ ਕਿਸਾਨਾਂ ਦੇ ਹੱਕ ਵਿੱਚ ਹਨ, ਇਹ ਕਿਸ ਤਰ੍ਹਾਂ ਕਿਸਾਨਾਂ ਦੇ ਹੱਕ ਵਿੱਚ ਹਨ? ਅੱਜ ਜੇ
ਬਿਜਲੀ ਦੀ ਗੱਲ ਕਰ ਰਹੇ ਆ, ਕਹਿੰਦੇ ਜੀ ਜਿਸ ਤਰ੍ਹਾਂ ਮੋਬਾਈਲ 'ਚ ਪੈਸੇ ਪਾਉਂਦੇ ਆ ਇਸ ਤਰ੍ਹਾਂ ਪੈਸੇ ਪਾਵਾਂਗੇ ਤੇ ਤੁਹਾਨੂੰ ਬਿਜਲੀ ਮਿਲੇਗੀ। ਇਟ ਮੀਨਸ ਕਿ ਜਦੋਂ ਉਹ ਪੈਸੇ ਮੁੱਕ ਜਾਣਗੇ ਸਾਡੀ ਬਿਜਲੀ ਬੰਦ ਕਰ ਦਿੱਤੀ ਜਾਏਗੀ ਔਰ ਸਾਡੀ ਫਸਲ ਜਿਹੜੀ ਆ ਬਿਲਕੁਲ ਉਹ ਸਾਡੇ ਕੋਲ ਨਹੀਂ ਰਹੇਗੀ। ਉਹ ਸਾਰੀ ਦੀ ਸਾਰੀ ਫਸਲ ਜਿਹੜੀ ਆ ਉਹ ਪੂਰੀ ਦੀ ਪੂਰੀ ਤਬਾਹ ਹੋ ਜਾਏਗੀ। ਇਸ ਤਰ੍ਹਾਂ ਹੀ ਜਦੋਂ ਕਹਿੰਦੇ ਆ ਵੀ ਜਿਹੜੀ ਗੱਲ ਅਸੀਂ ਜਿਹੜੀ ਆਮ ਗੱਲ ਹੋ ਰਹੀ MSP ਦੀ ਗੱਲ ਕਰ ਰਹੇ ਹਾਂ ਐਂਡ ਉਹਦੇ ਲਈ ਸਾਡੇ ਲਈ ਜ਼ਰੂਰੀ ਆ ਵੀ ਬਹੁਤ ਲੋਕ ਕਹਿੰਦੇ ਹਨ ਜੀ ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਬਾਕੀ ਤੁਸੀਂ ਕਾਨੂੰਨ ਬਣਾ ਰਹੇ ਹੋ ਤਾਂ ਉਸ ਕਾਨੂੰਨ ਨੂੰ ਕਿਉਂ ਨਹੀਂ ਬਣਾਉਂਦੇ? ਉਹਦੇ ਵਿੱਚ ਕੀ ਪ੍ਰੋਬਲਮ ਆ? ਉਹਦੇ ਵਿੱਚ ਇਹ ਪ੍ਰੋਬਲਮ ਆ ਕਿ ਤੁਸੀਂ ਵੱਡੇ ਵੱਡੇ ਜ਼ਗੀਰਦਾਰਾਂ ਨੂੰ, ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਆ ਉਹਨਾਂ ਨੂੰ ਤੁਸੀਂ ਸਾਡੇ ਸਿਰ ਤੇ ਬਿਠਾਉਣਾ ਚਾਹੁੰਦੇ ਹੋ। ਤੀਸਰੀ ਗੱਲ ਇਹ ਆ ਵੀ ਇਹ ਕਹਿੰਦੇ ਹਨ ਕਿ ਜ਼ਮੀਨ ਬਾਹਰ ਨਹੀਂ ਜਾਏਗੀ। ਜਦੋਂ ਕੋਈ ਜ਼ਮੀਨ ਕਿਸੇ ਨੂੰ ਐਗਰੀਮੈਂਟ ਕਰਕੇ ਦਵੇਗਾ ਅੱਗੇ ਉਹ ਕੋਈ ਵੀ ਜ਼ਿਮੀਂਦਾਰ ਉਹ ਕਿਸਾਨ ਜਿਹੜਾ ਸੀ ਉਹ ਕੋਰਟ 'ਚ ਜਾ ਸਕਦਾ ਸੀ। ਹੁਣ ਰੂਲ ਬਣਿਆ ਜੀ ਉਹ SDM ਕੋ ਜਾਏਗਾ। SDM ਤਾਂ ਗਵਰਨਮੈਂਟ ਦਾ, SDM ਦੇ ਵਿੱਚ ਤਾਂ ਸਾਡੇ ਕੋਲ ਪਹੁੰਚ ਨਹੀਂ। ਜੋ ਉਹਨੂੰ ਸਰਕਾਰ ਕਵੇਗੀ, ਜੋ ਸਮੇਂ ਦੀ ਮੌਜੂਦਾ ਸਰਕਾਰ ਜੋ ਕਵੇਗੀ ਉਹੀ ਹੋਏਗਾ। ਤੇ ਕਿਸਾਨਾਂ ਇਹ ਕੋਈ ਵੀ ਜਿਹੜਾ ਰੂਲ ਆ ਇਹ ਸਾਡੇ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ। ਨਾਲੇ ਕਾਨੂੰਨ ਬਣਾਏ ਜਾਂਦੇ ਨੇ ਲੋਕਾਂ ਦੇ ਬਿਹਤਰੀ ਲਈ, ਉਹਨਾਂ ਦੇ ਹੱਕਾਂ ਲਈ, ਜਿਹੜੇ ਕਿਸਾਨਾਂ ਨੂੰ ਤਾਂ ਪਸੰਦ ਹੀ ਨਹੀਂ ਤੇ ਤੁਸੀਂ ਧੱਕੇ ਨਾਲ ਥੋਪਣਾ ਬਾਰ-ਬਾਰ। ਦੂਸਰੀ ਗੱਲ ਇਹ ਵੀ ਹੈ ਕਿ ਜੇ ਕੋਈ ਤੁਸੀਂ ਸਮਝਾਉਣਾ ਚਾਹੁੰਦੇ ਕਿ ਕਿਸਾਨਾਂ ਦੇ ਹੱਕਾਂ ਦੀ ਗੱਲ ਹੈ ਤਾਂ ਉਹਨਾਂ ਨਾਲ ਬੈਠ ਕੇ ਨਿਮਰਤਾ ਸਹਿਤ ਗੱਲ ਕੀਤੀ ਜਾ ਸਕਦੀ, ਲੇਕਿਨ ਉਸ ਬੰਨੇ ਤਾਂ ਕੋਈ ਆ ਹੀ ਨਹੀਂ ਰਿਹਾ। ਅਗਰ ਅਸੀਂ ਮੈਡਮ ਇਹਨੂੰ ਦੇਖੀਏ ਜਿਹੜੇ ਇਹਨਾਂ ਦੇ ਹੈਗੇ ਆ ਬਣਾਏ ਹੋਏ ਆ ਕਾਨੂੰਨ, ਕੋਈ ਵੀ ਜ਼ਿਮੀਂਦਾਰ ਜਿਨ੍ਹਾਂ ਇਹਨਾਂ ਨੇ ਵੱਡੇ ਐਗਰੀਮੈਂਟ ਦੇ ਵਿੱਚ ਲਿਖ ਦਿੱਤੇ ਆ ਉਹ ਸਾਡੀ ਸਮਝ ਤੋਂ ਬਾਹਰ ਹਨ। ਜ਼ਿਮੀਂਦਾਰ ਹਾਂ ਮੈਮ, ਉਹ ਸਾਡੀ ਸਮਝ ਤੋਂ ਬਾਹਰ ਹਨ। ਆਮ ਜ਼ਿਮੀਂਦਾਰ ਉਹਨੂੰ ਨਹੀਂ ਸਮਝ ਸਕਦਾ। ਅਸੀਂ ਇਹਨਾਂ ਲੀਡਰਾਂ ਦਾ ਤਹਿ ਦਿਲ ਤੋਂ ਅਸੀਂ ਧੰਨਵਾਦ ਦਿੰਦੇ ਆ ਜਿਹੜੇ ਸਾਡੇ ਕਿਸਾਨ ਲੀਡਰ ਨੇ ਜਿਨ੍ਹਾਂ ਨੇ ਮਿਹਨਤ ਕੀਤੀ। ਉਹਨਾਂ ਨੇ ਲੀਡਰਾਂ ਨੇ ਇਹਨੂੰ ਵੇਖਿਆ ਵੀ ਇਹਦੇ ਵਿੱਚ ਕਿਹੜੀ ਗੱਲ ਠੀਕ ਹੈ ਜਾਂ ਕਿਹੜੀ ਗੱਲ ਠੀਕ ਨਹੀਂ ਹੈ। ਉਹਨਾਂ ਨੇ ਲੋਕਾਂ ਨੂੰ ਸੇਧ ਦਿੱਤੀ। ਅਗਰ ਇਹ ਕਾਨੂੰਨ ਠੀਕ ਹੋਣ ਤਾਂ ਇੱਥੇ ਲੋਕ ਜਿਹੜੇ ਦਿੱਲੀ ਤੇ ਬਾਰਡਰ ਤੇ ਬੈਠੇ ਹਨ, ਮੁਸਲਮਾਨ ਇੱਥੇ ਹਨ, ਹਿੰਦੂ ਇੱਥੇ ਹਨ, ਸਿੱਖ ਇੱਥੇ ਹਨ, ਈਸਾਈ ਇੱਥੇ ਹਨ, ਇਹ ਕੋਈ ਪਾਗਲ ਲੋਕ ਨੇ? ਇਹ ਕੋਈ ਪਾਗਲ ਲੋਕ ਥੋੜੇ ਆ। ਅੱਜ ਕੱਲ ਕੋਈ ਪਾਗਲ ਨਹੀਂ ਆ। ਅੱਜ ਕੱਲ ਹਰ ਕੋਈ ਰੂਲ ਨੂੰ ਜਾਣਦਾ, ਹਰ ਕੋਈ ਕਾਨੂੰਨ ਨੂੰ ਜਾਣਦਾ ਔਰ ਹਰ ਕੋਈ ਜਾਣਦਾ ਕਿ ਇਹਦੇ ਵਿੱਚ ਮੇਰਾ ਫਾਇਦਾ ਹੈ ਜਾਂ ਕਿਸੇ ਹੋਰ ਦਾ ਫਾਇਦਾ। ਇਹਦੇ ਵਿੱਚ ਕਿਸਾਨ ਦਾ ਕੋਈ ਫਾਇਦਾ ਨਹੀਂ ਆ। ਆਉਣ ਵਾਲੇ ਸਮੇਂ ਲਈ ਇਹ ਕਿਸਾਨ ਦੇ ਲਈ ਬਰਬਾਦੀ ਦਾ ਕਾਰਨ ਇਹ ਬਣਨ ਵਾਲੇ ਰੂਲ ਨੇ। ਇਹ ਸਾਰੇ ਜਿਹੜੇ ਅਡਾਨੀ ਅੰਬਾਨੀ ਉਹਨਾਂ ਵਾਸਤੇ ਰੂਲ ਨੇ। ਜਿਹੜੇ ਜ਼ਮੀਨ ਲੈ ਰਹੇ, ਅੰਮ੍ਰਿਤਸਰ ਦੇਖੋ, ਜਲੰਧਰ ਜ਼ਮੀਨਾਂ ਲੈ ਰਹੇ, ਸਟੋਰ ਬਣਾ ਰਹੇ, ਉਹ ਕਿਉਂ ਬਣਾ ਰਹੇ? ਉਹਨਾਂ ਨੂੰ ਸਟੋਰ ਬਣਾਉਣ ਦੀ ਕੀ ਲੋੜ ਆ? ਜਦੋਂ ਇਹ ਮੰਡੀਆਂ ਬਾਹਰ ਲੈ ਜਾਣਗੇ, ਜਦੋਂ ਲੋਕ ਆਪਣੀ ਮੰਡੀਆਂ 'ਚ ਲੈਣਗੇ, 1 ਸਾਲ ਤੇ ਠੀਕ ਆ ਰੇਟ ਦੇਣਗੇ। ਅੰਦਰ ਦੀ ਮੰਡੀ ਵਿੱਚ ਜਦੋਂ ਮਾਲ ਨਹੀਂ ਜਾਏਗਾ, ਅੰਦਰ ਵਾਲੀਆਂ ਮੰਡੀਆਂ ਗੌਰਮੈਂਟ ਕੀ ਹੋ ਜਾਣਗੀਆਂ? ਬੰਦ ਹੋ ਜਾਣਗੀਆਂ। ਜਦੋਂ ਬੰਦ ਹੋ ਜਾਣਗੀਆਂ ਫਿਰ ਇਹ ਆਪਣੀ ਮਰਜ਼ੀ ਨਾਲ ਜਿਹੜੀ ਆ ਪਰਚੇਜ ਕਰਨਗੇ, ਸਟੋਰ ਭਰਨਗੇ। ਉਹੀ ਜ਼ਿਮੀਂਦਾਰ ਕੋ ਲੈ ਕੇ 20 ਰੁਪਏ ਉਹੀ ਜ਼ਿਮੀਂਦਾਰ ਨੂੰ ਇਹ 40 ਰੁਪਏ ਵੇਚਣਗੇ, ਉਹੀ ਮਜ਼ਦੂਰਾਂ ਨੂੰ 40 ਰੁਪਏ ਵੇਚਣਗੇ। ਇਹ ਕਿਸਾਨ ਜਿਹੜਾ ਸਾਰੇ ਦੇਸ਼ ਨੂੰ ਪਾਲਦਾ, ਜਿਹੜਾ ਸਾਰੇ ਦੇਸ਼ ਨੂੰ ਰਾਸ਼ਨ ਦਿੰਦਾ, ਜਿਹੜਾ ਸਾਰੇ ਦੇਸ਼ ਨੂੰ ਜੀਵਨ ਦਿੰਦਾ, ਉਸ ਕਿਸਾਨ ਨੂੰ ਅਸੀਂ ਜੀਵਤ ਰੱਖਣਾ ਹੈ ਕਿ ਮਾਰਨਾ ਹੈ? ਇਹ ਸਰਕਾਰ ਜਿਹੜੀ ਹੈ ਕਿਸਾਨ ਨੂੰ ਮਾਰਨ ਦੇ ਇਰਾਦੇ ਨਾਲ ਕਾਨੂੰਨ ਲੈ ਕੇ ਆਈ ਆ ਔਰ ਅਸੀਂ ਸਾਰੇ ਲੋਕ ਇਸ ਕਾਨੂੰਨ ਨੂੰ ਰੱਦ ਹੋਣ ਲਈ ਪੂਰਾ ਮਿਹਨਤ ਕਰਾਂਗੇ। ਅਸੀਂ ਨਾਲ ਆ ਔਰ ਸਾਡਾ ਵਿਸ਼ਵਾਸ ਹੈ ਕਿ ਜਦੋਂ ਲੋਕ ਇੱਕ ਹੋ ਜਾਂਦੇ ਆ ਕੋਈ ਵੀ ਸਰਕਾਰ ਅੱਗੇ ਟਿਕ ਨਹੀਂ ਸਕਦੀ। ਜਿੰਨੀਆਂ ਸਰਕਾਰਾਂ ਆਈਆਂ, ਕਾਂਗਰਸ ਨੇ ਗਲਤ ਕੰਮ ਕੀਤਾ ਉਹ ਵੀ ਗਈ। ਅਗਰ ਇਹ ਗਲਤ ਕੰਮ ਕਰ ਰਿਹਾ ਆਉਣ ਵਾਲੇ ਸਮੇਂ 'ਚ ਇਹ ਵੀ ਰਹਿਣ ਵਾਲੇ ਨਹੀਂ। ਅਜੇ ਵੀ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਆ ਕਿ ਜਲਦੀ ਜਲਦੀ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਓ। ਤੁਹਾਡੇ ਇੰਨੇ ਜਵਾਨ ਬੱਚੇ ਇੱਥੇ ਲੋਕਾਂ ਦੇ ਜਿਹੜੇ ਇੱਥੇ ਆਏ ਰਸਤੇ 'ਚ ਆਉਣ ਲੱਗਿਆ ਮਰ ਗਏ, ਇੱਥੇ ਮਰ ਗਏ, ਜਾਣ ਲੱਗਿਆ ਮਰ ਗਏ। ਕੀ ਉਹਨਾਂ ਦਾ ਕੋਈ ਮਾਂ-ਬਾਪ ਨਹੀਂ? ਇਹਨਾਂ ਨੂੰ ਤਾਂ ਆਪਣੀ ਇਲੈਕਸ਼ਨ ਦੀ ਪਈ ਦੀ ਆ। ਇਹ ਤਾਂ ਆਪਣੀ ਇਹ ਤਾਂ ਦੇਖ ਰਹੇ ਵੀ ਸਾਡੇ ਕੋਲ ਬੰਗਾਲ ਆ ਜਾਏ। ਬੰਗਾਲ ਜ਼ਰੂਰੀ ਹੈ ਕਿ ਜ਼ਿਮੀਂਦਾਰ ਜ਼ਰੂਰੀ ਹੈ ਜਿੱਥੋਂ ਅਸੀਂ ਰੋਟੀ ਖਾਣੀ ਆ? ਬੰਗਾਲ ਜ਼ਰੂਰੀ ਹੈ ਕਿ ਜਾਂ ਜਿਨ੍ਹਾਂ ਲੋਕਾਂ ਨੇ ਸਾਨੂੰ ਇਸ ਦੇਸ਼ ਦੇ ਵਿੱਚ ਅੱਜ ਤੱਕ ਸੰਭਾਲ ਕੇ ਰੱਖਿਆ, ਸਭ ਕੁਝ ਦਿੱਤਾ, ਉਹ ਕਿਸਾਨ ਜਿਹੜਾ ਸਾਰਾ ਦਿਨ ਕੰਮ ਕਰਦਾ, ਉਹ ਕਿਸਾਨ ਜਿਹੜਾ ਸਾਰੀ ਰਾਤ ਕੰਮ ਕਰਦਾ, ਉਹ ਸੱਪ ਨਹੀਂ ਵੇਂਦਾ, ਉਹ ਦੂਜੀਆਂ ਮੁਸ਼ਕਲਾਂ ਨੂੰ ਨਹੀਂ ਦੇਖਦਾ, ਆਪਣੇ ਕੰਮ ਤੇ ਜਾਂਦਾ ਔਰ ਉਹ ਸਾਡੇ ਵਾਸਤੇ ਕੰਮ ਕਰਦਾ। ਉਹ ਆਪਣੇ ਲਈ ਕੀ ਕਮਾਉਂਦਾ? ਅੱਜ ਜੇ ਅਸੀਂ ਕਿਸਾਨਾਂ ਦੀ ਹਾਲਤ ਵੇਖੀਏ ਤੇ ਕਿਸਾਨਾਂ ਦੀ ਹਾਲਤ ਉਹ ਨਹੀਂ ਆ ਜਿਹੜੀ ਹੋਣੀ ਜ਼ਰੂਰੀ ਸੀ। ਬਹੁਤ ਮਾੜੀ ਹਾਲਤ ਹੈ। ਕਿਉਂ ਮਾੜੀ ਹਾਲਤ ਹੈ? ਕਿਉਂਕਿ ਸਾਡੇ ਸਿਸਟਮ ਦੇ ਵਿੱਚ ਠੀਕ ਨਹੀਂ ਹੈ। ਪਰ ਜੋ ਹੁਣ ਇਹਨਾਂ ਕਿਸਾਨਾਂ ਨੇ ਇਹ ਗੱਲ ਸਟਾਰਟ ਕੀਤੀ ਆ, ਸਾਡਾ ਇਰਾਦਾ ਹੈ, ਸਾਡਾ ਵਿਸ਼ਵਾਸ ਹੈ, ਇੱਕ ਤੇ ਜਾਤ, ਧਰਮ, ਰੰਗ ਸਭ ਦੂਰ ਚਲੇ ਜਾਣਗੇ। ਇਹਦੇ ਨਾਲ ਸਾਨੂੰ ਏਕਤਾ ਮਿਲੀ ਆ ਔਰ ਅਸੀਂ ਇਹੋ ਹੀ ਚਾਹੁੰਦੇ ਆ ਇਹ ਜਿਹੜੇ ਕਾਨੂੰਨ ਵੀ ਰੱਦ ਹੋਣ ਤੇ ਸਾਰੇ ਲੋਕਾਂ ਦੇ ਵਿੱਚ ਏਕਤਾ ਵੀ ਬਣ ਜਾਵੇ ਔਰ ਆਉਣ ਵਾਲਾ ਸਾਡਾ ਜਿਹੜਾ ਭਾਰਤ ਆ ਉਹ ਇੱਕ ਖੁਸ਼ਹਾਲ
ਸੁਨਹਿਰੀ ਭਾਰਤ ਬਣ ਸਕੇ, ਜਿਹਦੀ ਸਥਾਪਨਾ ਇਹ ਕਿਸਾਨ ਲੋਕਾਂ ਨੇ ਹੁਣੇ ਸਟਾਰਟ ਕਰ ਦਿੱਤੀ ਹੈ। ਆਉਣ ਵਾਲੇ ਸਮੇਂ ਵਿੱਚ ਇਹ ਕਿਸਾਨ ਜਿਹੜੀ ਏਕਤਾ ਆ ਇਹ ਸੰਸਾਰ ਨੂੰ ਬਚਾਵੇਗੀ, ਇਹ ਕਿਸਾਨ ਨੂੰ ਬੜੀ ਬੁਲੰਦੀਆਂ ਤੇ ਲੈ ਕੇ ਜਾਏਗੀ ਔਰ ਦੇਸ਼ ਦੇ ਵਿੱਚ ਏਕਤਾ ਲੈ ਕੇ ਆਵੇਗੀ। ਔਰ ਜਿਹੜੇ ਸਾਡੇ ਸੁਦਾਗਰ ਬੈਠੇ ਨੇ, ਜਿਹੜੇ ਸਾਨੂੰ ਵੰਡਦੇ ਆ, ਉਹਨਾਂ ਨੂੰ ਸ਼ਰਮਿੰਦਾ ਹੋ ਕੇ ਜ਼ਬਾਨ ਨੂੰ ਬੰਦ ਕਰਨਾ ਪਵੇਗਾ। ਪੰਜਾਬ ਜਿਹਨੂੰ ਸੋਨੇ ਦੀ ਕਿਸਾਨ ਜਿਹਨੂੰ ਸੌਰੀ ਮਾਫ ਕਰਨਾ ਜੀ, ਕਿਸਾਨਾਂ ਦੀ ਜਦੋਂ ਗੱਲ ਹੁੰਦੀ ਹੈ, ਕਿਸਾਨੀ ਸੰਘਰਸ਼ ਦੀ ਗੱਲ ਹੁੰਦੀ ਹੈ, ਔਰ ਜਦੋਂ ਪੰਜਾਬ ਦੀ ਖਾਸ ਕਰਕੇ ਗੱਲ ਹੁੰਦੀ ਹੈ ਤੇ ਪੰਜਾਬ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ, ਔਰ ਇਹਨਾਂ ਸਰਕਾਰਾਂ ਨੇ ਆਪਣੇ ਆਪਣੇ ਇਰਾਦਿਆਂ ਦੇ ਨਾਲ, ਆਪਣੀ ਆਪਣੀ ਸੋਚ ਦੇ ਨਾਲ ਉਹ ਸੋਨੇ ਦੀ ਚਿੜੀ ਦੇ ਸੋਨੇ ਦੇ ਖੰਭ ਜਿਹੜੇ ਨਾ ਉਹ ਲਾ ਲਏ ਸੀ। ਪਰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਔਰ ਇਸ ਖਾਸ ਕਰਕੇ ਇਸ ਕਿਸਾਨੀ ਸੰਘਰਸ਼ ਦੇ ਨਾਲ ਜਿਹੜੀ ਇਕੱਠਤਾ ਪੈਦਾ ਹੋਈ ਹੈ, ਉਹ ਦੁਬਾਰਾ ਜਿਹੜਾ ਸੋਨੇ ਦੀ ਚਿੜੀ ਵਾਲਾ ਟੈਗ ਸਾਡੇ ਪੰਜਾਬ ਨੂੰ ਜ਼ਰੂਰ ਮਿਲੂਗਾ। ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਨਿਸ਼ਾਨ ਮਸੀਹ ਹੈ ਔਰ ਅਸੀਂ ਜਲੰਧਰ ਤੋਂ ਹਾਂ। ਔਰ ਇਹ ਜਿਹੜੇ 3 ਕਾਨੂੰਨ ਬਣਾਏ ਹੈ, ਇਹਨਾਂ ਨੂੰ ਅਗਰ ਗੌਰ ਦੇ ਨਾਲ ਵਾਚਿਆ ਜਾਵੇ ਤਾਂ ਇਹ ਸਿਰਫ ਕਿਸਾਨਾਂ ਦੇ ਲਈ ਮਾਰੂ ਨਹੀਂ ਹੈ। ਛੋਟੇ ਜਿਹੜੇ ਕਿਸਾਨ ਦੁਕਾਨਦਾਰ ਹਨ, ਜਿਹੜੇ ਮਜ਼ਦੂਰ ਹਨ, ਔਰ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਹੌਲੀ ਹੌਲੀ ਇਸ ਤਰ੍ਹਾਂ ਹੋ ਜਾਏਗਾ ਇੱਕ ਦਿਨ ਕਿ ਗੁਲਾਮੀ ਵਾਲੀ ਦਿਸ਼ਾ ਆ ਜਾਏਗੀ ਔਰ ਆਪਣੀ ਪ੍ਰਾਪਰਟੀ ਹੋਣ ਦੇ ਬਾਵਜੂਦ ਵੀ, ਆਪਣੀ ਜ਼ਮੀਨ ਹੋਣ ਦੇ ਬਾਵਜੂਦ ਵੀ, ਆਪਣੀ ਮਿਹਨਤ ਹੋਣ ਦੇ ਬਾਵਜੂਦ ਵੀ ਸਾਡੇ ਕੁਝ ਵੀ ਪੱਲੇ ਨਹੀਂ ਪਏਗਾ। ਔਰ ਜਦੋਂ ਅਸੀਂ ਇਹਨਾਂ ਸਭ ਨੂੰ ਦੇਖਦੇ ਹਾਂ ਤਾਂ ਫਿਰ ਸਾਨੂੰ ਸਭ ਨੂੰ ਮੋਢੇ ਨਾਲ ਮੋਢਾ ਜੋੜ ਕੇ, ਕਿਉਂਕਿ ਲੋਕਤੰਤਰ ਦੇ ਵਿੱਚ ਗੱਲ ਨੂੰ ਕਹਿਣ ਦਾ ਜਿਹੜਾ ਸ਼ਾਂਤਮਈ ਤਰੀਕਾ ਇਸ ਅੰਦੋਲਨ ਦੇ ਵਿੱਚ ਅਪਣਾਇਆ ਗਿਆ, ਸ਼ਾਇਦ ਇਤਿਹਾਸ ਦੇ ਵਿੱਚ ਕਿਸੇ ਹੋਰ ਅੰਦੋਲਨ ਦਾ ਨਾ ਹੋਵੇ। ਤਾਂ ਗਵਰਨਮੈਂਟ ਨੂੰ, ਜਿਹੜੇ ਨੀਤੀ ਘੜਨ ਵਾਲੇ ਹਨ, ਜਿਹੜੇ ਸਰਕਾਰੀ ਜਿਹੜੇ ਮੰਤਰੀ ਹਨ, ਉਹਨਾਂ ਸਭ ਨੂੰ ਇਸ ਦੀ ਬਾਬਤ ਸੋਚਣਾ ਚਾਹੀਦਾ ਹੈ, ਕਿਉਂਕਿ ਜਿਹੜੇ ਰਾਜੇ ਹਨ, ਹੁਕਮਰਾਨ ਹਨ, ਉਹ ਪ੍ਰਜਾ ਦੇ ਕਰਕੇ ਹਨ। ਅਗਰ ਪ੍ਰਜਾ ਦੁਖੀ ਹੈ ਤਾਂ ਮੇਰਾ ਖਿਆਲ ਉਹਨਾਂ ਨੂੰ ਸਮਝਣਾ ਚਾਹੀਦਾ ਹੈ। ਜੇ ਨਹੀਂ ਸਮਝਦੇ ਤਾਂ ਜਿਹੜਾ ਹਜ਼ੂਮ ਹੈ ਉਹਦੇ ਅੱਗੇ ਬਾਦਸ਼ਾਹੀਆਂ ਨੂੰ ਝੁਕਣਾ ਪੈਂਦਾ ਹੈ, ਉਹਦੇ ਅੱਗੇ ਵੱਡੇ ਵੱਡੇ ਹੁਕਮਰਾਨ ਚਾਹੇ ਕਿਸੇ ਵੀ ਤਰ੍ਹਾਂ ਦਾ ਹੋ। ਔਰ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਪੰਜਾਬ ਦੇ ਜਰਵਾਣਿਆਂ ਨੂੰ ਜੰਮਿਆਂ ਨੂੰ ਨਿਤ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ। ਇਹਨਾਂ ਨੇ ਇਦਾਂ ਹੀ ਨਹੀਂ ਆਪਣੇ ਇਹਨਾਂ ਜੀਵਨਾਂ ਨੂੰ ਬਣਾਇਆ। ਔਰ ਪੰਜਾਬੀ ਜਾਣਦੇ ਹਨ, ਲੋਕ ਜਾਣਦੇ ਹਨ ਕਿ ਅਸੀਂ ਆਪਣੇ ਹੱਕ ਨੂੰ, ਨਿਆਂ ਨੂੰ, ਸੱਚ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ। ਔਰ ਉਹਦਾ ਸਬੂਤ ਇਹ ਜਗ੍ਹਾ ਹੈ ਜਿੱਥੇ ਸਾਰੀ ਕਮਿਊਨਿਟੀ ਬਿਨਾਂ ਰੰਗ, ਨਸਲ, ਜਾਤ, ਮਜ਼ਹਬ, ਗੋਤ, ਧਰਮ ਦੇ ਇੱਕ ਹੋ ਕੇ ਸੰਘਰਸ਼ ਕਰ ਰਹੇ ਹਨ। ਸੋ ਸਾਡੀ ਬੇਨਤੀ ਹੈ ਸਰਕਾਰ ਨੂੰ ਕਿ ਜਿਹੜੇ 3 ਕਾਨੂੰਨ ਹਨ ਇਹਨਾਂ ਨੂੰ ਰੱਦ ਕੀਤਾ ਜਾਵੇ, ਤਾਂ ਜੋ ਜਿਹੜੇ ਕਿਸਾਨ ਹਨ ਇਸ ਸਰਦੀ ਦੇ ਵਿੱਚ ਆਪਣੇ ਘਰ ਪਰਿਵਾਰ, ਕਾਰੋਬਾਰ ਛੱਡ ਕੇ ਜੋ ਅਸੀਂ ਮਿਹਨਤ ਕੀਤੀ ਜਾਂ ਜੋ ਅਸੀਂ ਆਪਣੇ ਜੀਵਨ ਵਿੱਚ ਸੋਚਦੇ ਸੀ ਕਿ ਅਸੀਂ ਉੱਥੇ ਜਾਵਾਂਗੇ ਔਰ ਦੇਖਾਂਗੇ ਕਿ ਜਿਹੜਾ ਕਿਸਾਨ ਅੰਦੋਲਨ ਹੋ ਰਿਹਾ ਉਹ ਕਿਸ ਤਰ੍ਹਾਂ ਹੋ ਰਿਹਾ। ਜਦੋਂ ਇੱਥੇ ਆਏ ਬਹੁਤ ਅੱਛਾ ਲੱਗਿਆ, ਬਹੁਤ ਜ਼ਿਆਦਾ ਲੋਕ ਨੇ ਇੱਥੇ, ਸਿਸਟਮ ਬਹੁਤ ਹੈ। ਔਰ ਇਹਦੇ ਨਾਲ ਹੀ ਅਸੀਂ ਸਾਡੇ ਜਿਹੜੇ ਆਪਣੇ ਹੀ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਹਨ, ਉਹਨਾਂ ਦਾ ਵੀ ਅਸੀਂ ਬੜੇ ਹੀ ਸਤਿਕਾਰਯੋਗ ਸ਼ਬਦਾਂ ਦੇ ਨਾਲ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਵੀ ਆਪਣਾ ਜਿਹੜਾ ਸਾਡਾ ਸਾਥ ਦਿੱਤਾ ਤੇ ਅੱਜ ਅਸੀਂ ਇੱਥੇ ਆਏ। ਉਹਨਾਂ ਨੂੰ ਇਹੋ ਹੀ ਕਹਿੰਦੇ ਹਾਂ ਕਿ ਆਪ ਨੂੰ ਪਰਮੇਸ਼ਰ ਸੰਭਾਲ ਕੇ ਰੱਖੇ, ਅਸੀਂ ਅੱਗੇ ਵਧੀਏ ਔਰ ਤੁਸੀਂ ਵੀ ਇਹਦੇ ਨਾਲ ਅੱਗੇ ਵਧੋ ਔਰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਔਰ ਖਾਸ ਕਰਕੇ ਮਿਸਟਰ ਜੌਨ ਦਾ ਪਰਮੇਸ਼ਰ ਨੂੰ ਹਮੇਸ਼ਾ ਸੰਭਾਲ ਕੇ ਰੱਖੇ। ਅੱਜ ਦੇ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਸਾਡੀ ਸਾਰੀ ਟੀਮ ਦਾ, ਜਿਨ੍ਹਾਂ ਨੇ ਬੜੀ ਮੁਸ਼ੱਕਤ ਦੇ ਨਾਲ ਜਲੰਧਰ ਤੋਂ ਲੈ ਕੇ ਇੱਥੇ ਤੱਕ ਦਾ ਸਫ਼ਰ ਅਦਾ ਕੀਤਾ। ਔਰ ਸਵੇਰੇ ਕਾਫੀ ਧੁੰਦ ਸੀ, ਲੇਕਿਨ ਉਸ ਦੇ ਬਾਵਜੂਦ ਅਸੀਂ ਇਹ ਨਿਸ਼ਚਾ ਕੀਤਾ ਸੀਗਾ ਕਿ ਅਸੀਂ ਜਾਵਾਂਗੇ ਔਰ ਆਪਣੇ ਕਿਸਾਨ ਭਰਾਵਾਂ ਦੇ ਨਾਲ ਬੈਠਾਂਗੇ, ਉਹਨਾਂ ਦੇ ਅੰਦੋਲਨ ਦੇ ਵਿੱਚ ਸ਼ਾਮਿਲ ਹੋਵਾਂਗੇ। ਲੇਕਿਨ ਇਸ ਅੰਦੋਲਨ ਨੂੰ ਸਾਰੇ ਅੰਜਾਮ ਤੱਕ ਪਹੁੰਚਾਉਣ ਲਈ ਸਾਡੇ ਜਿਹੜੇ ਭਰਾ ਨੇ, ਜਿਨ੍ਹਾਂ ਨੇ ਸਾਡਾ ਯੋਗਦਾਨ ਦਿੱਤਾ, ਜਿਨ੍ਹਾਂ ਨੇ ਇਸ ਵਿੱਚ ਹੈਲਪ ਕੀਤੀ, ਉਹਨਾਂ ਸਭ ਦਾ ਮੈਂ ਧੰਨਵਾਦ ਕਰਦਾ। ਨਾਮ ਬਨਾਮ ਪਰਮੇਸ਼ਰ ਹਰ ਇੱਕ ਨੂੰ ਆਸ਼ੀਸ਼ ਪ੍ਰਦਾਨ ਕਰਦੇ, ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਜਾਂ ਸੁਸਾਇਟੀ ਦੇ ਹਰ ਇੱਕ ਮੈਂਬਰ ਦੇ ਲਈ, ਜਿਹੜੇ ਲੋਕਾਂ ਦੀ ਖਿਦਮਤ ਕਰ ਰਹੇ ਨੇ, ਸੇਵਾ ਕਰ ਰਹੇ ਨੇ, ਬੱਚਿਆਂ ਦੀ ਕਰ ਰਹੇ ਨੇ, ਉਹਨਾਂ ਸਭ ਦੇ ਲਈ ਪਰਮੇਸ਼ਰ ਦਾ ਧੰਨਵਾਦ। ਥੈਂਕ ਯੂ ਵੈਰੀ ਮਚ। ਮੈਂ तमाम ਵਿਦੇਸ਼ ਦੇ ਵਿੱਚ ਬੈਠੇ ਹੋਏ ਸਾਡੇ ਪੁਰਾਣੇ ਸਟੂਡੈਂਟ ਯੂਨਾਈਟਿਡ ਕ੍ਰਿਸਚੀਅਨ ਹੋਲ ਸਟੂਡੈਂਟਸ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਕਿ ਅਸੀਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ, ਜਿੱਥੇ ਕਿ तमाम ਸਟੇਟਾਂ ਤੋਂ ਕਿਸਾਨ ਸਟੂਡੈਂਟਸ ਇੱਥੇ ਪਹੁੰਚੇ ਹੋਏ ਨੇ। ਇੱਥੇ ਕੋਈ ਜਾਤ ਪਾਤ ਨਹੀਂ, ਬਲਕਿ ਹਰੇਕ ਧਰਮ ਦੇ ਲੋਕ ਆਪਣਾ ਆਪਣਾ ਜੋ ਯੋਗਦਾਨ ਹੈ ਉਹ ਪਾ ਰਹੇ ਨੇ। ਔਰ ਇੱਥੇ ਜਿਹੜਾ ਇੰਤਜ਼ਾਮ ਹੈ
ਲੋਕ ਆਪਣੇ ਆਪ ਦੇ ਵਿੱਚ ਹੀ ਸਿਸਟਮ ਦੇ ਵਿੱਚ ਰਹਿ ਕੇ ਬੜਾ ਵਧੀਆ ਚੱਲ ਰਹੇ ਨੇ। ਇੱਥੇ ਕੋਈ ਟ੍ਰੈਫਿਕ ਪੁਲਿਸ ਨਹੀਂ, ਬਲਕਿ ਇਹ ਕਹਿਣ ਦੀ ਲੋੜ ਹੈ ਕਿ ਅੱਜ ਜਦੋਂ ਸਾਡੇ ਸਮਾਜ ਦੇ ਉੱਤੇ, ਸਾਡੇ ਦੇਸ਼ ਦੇ ਉੱਤੇ ਇੱਕ ਕਾਲਾ ਕਾਨੂੰਨ ਥੋਪਣ ਦੀ ਕੋਸ਼ਿਸ਼ ਕੀਤੀ ਗਈ ਤਾਂ तमाम ਦੇਸ਼ ਵਾਸੀਆਂ ਨੇ ਇੱਕ ਜਗ੍ਹਾ ਇਕੱਤਰ ਹੋ ਕੇ ਇਸ ਕਾਨੂੰਨ ਦੇ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਅਤੇ ਆਪਣੀ ਯੂਨਿਟੀ ਦਿਖਾਈ। ਸੰਯੁਕਤ ਹੋ ਕੇ ਲੋਕਾਂ ਨੇ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਦੇ ਉੱਤੇ ਇਸ ਅੰਦੋਲਨ ਨੂੰ ਜਾਰੀ ਕੀਤਾ ਹੋਇਆ ਹੈ ਔਰ ਉਹਨਾਂ ਦੀ ਇਹ ਕਹਿਣਾ ਹੈ ਕਿ ਜਦੋਂ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਲਿਆ ਜਾਏਗਾ ਅਸੀਂ ਇਸ ਅੰਦੋਲਨ ਤੋਂ ਪਿੱਛੇ ਨਹੀਂ ਹਟਾਂਗੇ। ਮੈਂ ਫਿਰ ਇੱਕ ਵਾਰ ਸਾਡੇ ਪੁਰਾਣੇ ਯੂਨਾਈਟਿਡ ਕ੍ਰਿਸਚੀਅਨ ਵੈਲਫੇਅਰ ਜਿਹੜੇ 올ਡ ਸਟੂਡੈਂਟਸ ਹੈ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਫਿਜ਼ੀਕਲੀ, ਮੈਂਟਲੀ ਔਰ ਸਾਡੀ ਆਰਥਿਕ ਤੌਰ 'ਤੇ ਮਦਦ ਕੀਤੀ ਕਿ ਅਸੀਂ ਇਸ ਜਗ੍ਹਾ ਤੇ ਪਹੁੰਚ ਸਕੀਏ ਅਤੇ ਇਸ ਅੰਦੋਲਨ ਦੇ ਵਿੱਚ ਆਪਣੀ ਸ਼ਿਰਕਤ ਪਾ ਸਕੀਏ। ਥੈਂਕ ਯੂ ਵੈਰੀ ਮਚ। ਮੈਂ ਰੈਵਰੈਂਡ ਨਿਸ਼ਾਨ ਦਾ ਯੂਨਾਈਟਿਡ ਕ੍ਰਿਸਚੀਅਨ ਸਟੂਡੈਂਟ ਵੈਲਫੇਅਰ ਸੁਸਾਇਟੀ ਦੇ तमाम ਅਹੁਦੇਦਾਰਾਂ ਦਾ ਜਿਹੜੇ ਹਿੰਦੁਸਤਾਨ ਦੇ ਵਿੱਚ ਹਨ ਜਾਂ ਵਿਦੇਸ਼ ਦੇ ਅੰਦਰ ਹਨ ਔਰ ਖ਼ਾਸ ਤੌਰ ਤੇ ਮਿਸਟਰ ਜੌਨ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਦੀ ਮੋਟੀਵੇਸ਼ਨ ਦੇ ਦੁਆਰਾ, ਉਹਨਾਂ ਦੇ ਪ੍ਰੋਤਸਾਹਨ ਦੇ ਦੁਆਰਾ ਔਰ ਉਹਨਾਂ ਦੇ ਯਤਨਾਂ ਦੇ ਸਦਕਾ ਅੱਜ ਅਸੀਂ ਦਿੱਲੀ ਸਿੰਘੂ ਬਾਰਡਰ ਤੇ ਪਹੁੰਚੇ ਹਾਂ ਔਰ ਅੱਜ ਇਸ ਅੰਦੋਲਨ ਦਾ ਹਿੱਸਾ ਬਣੇ ਆ। ਬੜਾ ਅੱਛਾ ਲੱਗਾ ਔਰ ਇੱਕ ਵਾਰ ਫਿਰ ਅਸੀਂ ਸਭ ਜਿੰਨੇ ਵੀ UCI ਤੋਂ ਆਏ ਹਾਂ ਤੁਹਾਡਾ ਸਾਰਿਆਂ ਦਾ ਸੁਸਾਇਟੀ ਦੇ ਮੈਂਬਰਾਨਾਂ ਦਾ ਔਰ ਸੁਸਾਇਟੀ ਦੇ ਅਹੁਦੇਦਾਰਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਵੱਡੀ ਆਸ਼ੀਸ਼ ਔਰ ਬਰਕਤ ਦੇ। ਥੈਂਕ ਯੂ। ਆ ਤੁਸੀਂ ਆਪਣੇ ਤੋਂ ਜੌਨ ਨੂੰ ਭੇਜੋ। ਦੋਸਤੋ ਅੱਜ ਅਸੀਂ ਸਿੰਘੂ ਬਾਰਡਰ ਤੇ ਹਾਂ ਔਰ ਅੱਜ ਲਗਭਗ 7-8 ਪਾਦਰੀ ਸਾਹਿਬਾਨ ਜਿਹੜੇ CNI ਦੇ ਵਿੱਚ ਕੰਮ ਕਰਦੇ ਹਨ, ਰੈਵਰੈਂਡ SS ਗੈਮਲ, ਰੈਵਰੈਂਡ ਸਵੇਨ ਔਰ ਇਵੈਂਜਲਿਸਟ ਪ੍ਰੇਮ ਮਸੀਹ ਔਰ ਕਈ ਚਰਚ ਲੀਡਰ ਅਸੀਂ ਜਲੰਧਰ ਤੋਂ ਅਤੇ ਮੋਡਰੇਟਰਸ ਕਮਿਸ਼ਨਰੀ ਰੈਵਰੈਂਡ ਡੈਂਜ਼ਲ ਪੀਪਲ ਚੰਡੀਗੜ੍ਹ ਤੋਂ, ਰੈਵਰੈਂਡ ਮੱਖਣ ਚੰਡੀਗੜ੍ਹ ਤੋਂ ਅਤੇ ਰੈਵਰੈਂਡ ਰਜੀਵ ਉਹ ਵੀ ਚੰਡੀਗੜ੍ਹ ਤੋਂ ਅਤੇ ਇਵੈਂਜਲਿਸਟ ਇਫਰਾਹਿਮ ਥਾਪਰ ਉਹ ਵੀ ਚੰਡੀਗੜ੍ਹ ਤੋਂ, ਹੋਰ ਚਰਚ ਦੇ ਅਹੁਦੇਦਾਰ ਇਸ ਜਗ੍ਹਾ ਤੇ ਪਹੁੰਚੇ ਹਨ। ਇੱਕ ਵਾਰ ਫਿਰ ਅਸੀਂ ਦਾ ਯੂਨਾਈਟਿਡ ਕ੍ਰਿਸਚੀਅਨ ਸਟੂਡੈਂਟ ਵੈਲਫੇਅਰ ਸੁਸਾਇਟੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੇ ਯਤਨਾਂ ਸਦਕਾ, ਜਿਨ੍ਹਾਂ ਦੇ ਪ੍ਰੋਤਸਾਹਨ ਦੇ ਦੁਆਰਾ ਅੱਜ ਅਸੀਂ ਇਸ ਜਗ੍ਹਾ ਤੇ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਆ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ, ਆਸ਼ੀਸ਼ ਦੇ। ਔਰ ਇੱਥੇ ਆ ਕੇ ਅਸੀਂ ਦੇਖਿਆ ਕਿ ਹਰ ਵਰਗ ਦਾ, ਹਰ ਧਰਮ ਦਾ, ਹਰ ਜਾਤ ਦਾ ਇਨਸਾਨ ਇਸ ਜਗ੍ਹਾ ਤੇ ਕਿਸਾਨਾਂ ਦੇ ਨਾਲ ਸ਼ਾਮਲ ਹੈ ਔਰ ਇਸ ਅੰਦੋਲਨ ਦਾ ਹਿੱਸਾ ਬਣ ਰਿਹਾ ਹੈ ਔਰ ਪ੍ਰਭੂ ਕਰੇ ਕਿ ਜਲਦੀ ਤੋਂ ਜਲਦੀ ਅੰਦੋਲਨ ਖਤਮ ਹੋ ਤਾਂ ਜੋ ਜਿਹੜੇ ਕਿਸਾਨ ਇਸ ਜਗ੍ਹਾ ਤੇ ਆਪਣੇ ਘਰ ਪਰਿਵਾਰ ਛੱਡ ਕੇ ਬੈਠੇ ਹਨ ਆਪਣੇ ਘਰਾਂ ਪਰਿਵਾਰਾਂ 'ਚ ਵਾਪਸ ਜਾਣ ਵਾਲੇ ਹੋਣ। ਇੱਕ ਵਾਰ ਫਿਰ ਦਾ ਯੂਨਾਈਟਿਡ ਕ੍ਰਿਸਚੀਅਨ ਸਟੂਡੈਂਟ ਵੈਲਫੇਅਰ ਸੁਸਾਇਟੀ ਦਾ, ਉਹਦੇ ਅਹੁਦੇਦਾਰਾਂ ਦਾ ਔਰ तमाम ਮੈਂਬਰਾਨਾਂ ਦਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ। ਥੈਂਕ ਯੂ।